ਸਾਰੇ ਵਿਦਿਆਰਥੀਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸੋ ਆਪਾਂ ਜਿਵੇਂ ਕਿ ਪਿਛਲੀ ਜਮਾਤ ਦੇ ਵਿੱਚ ਸੁਰਜੀਤ ਪਾਤਰ ਜੀ ਦੀ ਜਿਹੜੀ ਇੱਕ ਕਵਿਤਾ ਦੇ ਰੱਖੀ ਹੈ ਉਹਦੇ ਬਾਰੇ ਆਪਾਂ ਵਿਚਾਰ ਚਰਚਾ ਵਿਆਖਿਆ ਕੀਤੀ ਸੀ। ਸੋ ਉਹਨਾਂ ਦੀ ਜਿਹੜੀ ਅਗਲੀ ਕਵਿਤਾ ਹੈ ਜਿਹੜੀ ਉਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ ਜੀ, ਜਿਹਦਾ ਸਿਰਲੇਖ ਹੈ ਆਇਆ ਨੰਦ ਕਿਸ਼ੋਰ। नंद किशोर है जिहड़ा एक मजदूर का नाम है, एक कामा एक मजदूर है जो बिहार तो चल के पंजाब दे विच आउंदा है। बिहार तो यूपी बिहार तो बहुत सारे जिहड़े कामे मजदूर है वो पंजाब दे विच आउंदे है। ते कवि ने सुरजीत पात्र जी ने एक नाम जिसका दिता होया मजदूर का, नंद किशोर एक कामा है, एक मजदूर है जो कि ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਬਿਹਾਰ ਤੋਂ ਪੰਜਾਬ ਦੇ ਵਿੱਚ ਆਉਂਦਾ ਹੈ। ਸੋ ਇਹ ਬੜੀ ਸ਼ਾਨਦਾਰ ਤਰੀਕੇ ਨਾਲ ਇੱਕ ਕਹਾਣੀ ਦੇ ਰੂਪ ਵਿੱਚ ਲਿਖੀ ਗਈ ਕਵਿਤਾ ਹੈ। ਇੱਕ ਵਾਰ ਮੈਂ ਪੂਰੀ ਨੂੰ ਪੜ੍ਹ ਦਿੰਦਾ। ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠਾ ਸਿਆਲ ਦਾ, ਨਾਲ ਬਥੇਰੇ ਹੋਰ ਰਾਮ ਕਲੀ ਵੀ ਨਾਲ ਸੀ, ਸੁਗੜ ਲੁਗਾਈ ਉਸ ਦੀ, ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾੜੇਵਾਲ ਵਿੱਚ ਜੜ ਲੱਗੀ ਤੇ ਪੁੰਗਰੀ, ਰਾਮ ਕਲੀ ਦੀ ਕੁੱਖ ਚੋਂ ਜਨਮੀ ਬੇਟੀ ਉਸ ਦੀ, ਨਾਂ ਰੱਖਿਆ ਸੀ ਮਾਧੁਰੀ। ਹੁਣ ਧਿਆਨ ਆ ਰਹੀ ਹੈ ਨਾ ਤੁਹਾਨੂੰ, ਇੱਕ ਕਹਾਣੀ ਰੂਪ ਦੇ ਵਿੱਚ ਵੇਖੋ। ਕੱਲ ਮੈਂ ਦੇਖੀ ਮਾਧੁਰੀ ਉਸੇ ਪਿੰਡ ਸਕੂਲ ਵਿੱਚ, ਗੁੱਤਾਂ ਬੰਨ੍ਹ ਕੇ ਰਿਬਨ ਵਿੱਚ, ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ। ਫਿਰ ਅੱਗੇ ਕਵੀ ਇੱਕ ਸਵਾਲ ਕਰਦਾ, ਕਹਿੰਦਾ ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ, ਕਿੰਨਾ ਗੂੜਾ ਸਾਕ ਹੈ ਅੱਖਰਾਂ ਤੇ ਰਿਜ਼ਕ ਦਾ। ਅੱਗੇ ਹੋਰ ਵੱਧਦੀ ਹੈ ਕਹਾਣੀ। ਇਸੇ ਪਿੰਡ ਦੇ ਲਾਡਲੇ ਪੋਤੇ ਅਛਰ ਸਿੰਘ ਦੇ ਬਹਿ ਬਾਪੂ ਦੀ ਕਾਰ ਵਿੱਚ ਲੁਧਿਆਣੇ ਆਂਦੇ ਕੌਨਵੈਂਟ ਵਿੱਚ ਪੜ੍ਹ ਰਹੇ ABCD ਸਿੱਖਦੇ। ਫਿਰ ਕਵੀ ਵਿਅੰਗ ਰੂਪ ਵਿੱਚ ਸਵਾਲ ਕਰਦਾ, ABCD ਸਿੱਖਦੇ ਪੋਤੇ ਅਛਰ ਸਿੰਘ ਦੇ, ਕਿੰਨਾ ਗੂੜਾ ਸਾਕ ਹੈ ਅੱਖਰ ਤੇ ਆਕਾਂਖਿਆ। ਸੋ ਇਹ ਆਪਾਂ ਕਵਿਤਾ ਜਿਹੜੀ ਇੱਕ ਵਾਰ ਆਪਾਂ ਪੂਰੀ ਦਾ ਇਹਦਾ ਵਾਚਨ ਕਰ ਚੁੱਕੇ ਹਾਂ ਜੀ। ਹੁਣ ਆਪਾਂ ਗੱਲ ਕਰਦੇ ਹਾਂ ਇਸ ਦੀ ਵਿਆਖਿਆ ਤੇ। ਕਹਿੰਦਾ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ। ਨੰਦ ਕਿਸ਼ੋਰ ਨਾਮ ਦਾ ਜਿਹੜਾ ਮਜ਼ਦੂਰ ਹੈ, ਰਿਜ਼ਕ ਮਤਲਬ ਰੋਟੀ ਰੋਜ਼ੀ ਦੇ ਕਾਰਨ, ਰੋਟੀ ਰੋਜ਼ੀ ਹੋਰ ਕੋਈ ਸ਼ੌਂਕ ਨਹੀਂ ਹੁੰਦਾ ਕਿਸੇ ਨੂੰ। ਆਪਣਾ ਜਿਹੜਾ ਹੁੰਦਾ ਆਪਣਾ ਸਥਾਨ, ਜਿਹੜਾ ਜਿਸ ਸਥਾਨ ਤੇ ਜੰਮੇ ਪਲੇ ਹੋਈਏ ਉਹ ਛੱਡ ਕੇ ਜਾਣਾ ਕੋਈ ਸ਼ੌਂਕ ਨਾ ਥੋੜਾ ਜਾਂਦਾ। और रिजक के कारण पिछे पिछे रिजक दे आया नंद किशोर। कवि सुरजीत पात्र जी कहते हैं की कहते ने, पिछे पिछे रिजक दे आया नंद किशोर के रोटी रोजी दे कारण नंद किशोर चल के दूर बिहार तो गड्डी बैठा सियाल दा। सियाल दा एक खेतर है, ये बिहार का एक खेतर है, उतों ये चलिया जी। बिहार का एक खेतर है, गड्डी बैठा सियाल दा। सो सियाल दा शहर चों गड्डी दे विच बैठा है, नाल बथेरे होर, नाल उसदे होर भी बथेरे जाने ने। राम कली भी नाल सी, सुगड़ लुगाई उस दी, उस दे नाल उस दी सुगड़ भाव सियाणी, लुगाई मतलब घर वाली, उस दी सियाणी घर वाली, लुगाई घर वाली, उसकी घर वाली है जिहड़ी उस दे नाल है जी, जिसका नाम कवि सुरजीत पात्र जी ने राम कली दस्या जी। सो अगे की होया, लुधियाने दे कोल ही एक पिंड बाड़ेवाल विच। सो वो जिहड़ा नंद किशोर है, जिहड़ा उसकी पत्नी राम कली, वो दोनों जणियां ने बाड़ेवाल पिंड दे विच, लुधियाने दा पिंड है जी एक बाड़ेवाल, बाड़ेवाल दे विच वो रहना उन्होंने शुरू कर दिता। उत्थे अपनी मजदूरी करनी शुरू कर दी। जड़ लगी ते पुंगरी, राम कली दी कुख चों जन्मी बेटी उसदी, ना रखिया सी माधुरी। सो राम कली दी कुख चों की होया जी, एक बेटी का जन्म होया जिहदा नाम उन्होंने माधुरी रखिया। अगे की होया, कवि की कहंदा, कल मैं देखी माधुरी। कवि कहना मैं कल माधुरी नूं देखिया उस पिंड स्कूल विच, उस बाड़ेवाल दे पिंड दे स्कूल विच, गुत्तां बन के रिबन विच,
ਗੁੱਤਾਂ ਜਿਹੜੀਆਂ ਰਿਬਨ ਦੇ ਵਿੱਚ ਬੰਨ੍ਹ ਕੇ ਸੋਹਣੀ ਪੱਟੀ ਪੁੱਛ ਕੇ, ਪੱਟੀ ਫੱਟੀ ਵੀ ਇਸ ਨੂੰ ਕਿਹਾ ਜਾਂਦਾ, ਜਿਹੜੀ ਲੱਕੜ ਦੀ ਬਣੀ ਹੁੰਦੀ ਹੈ ਜਿਸ ਨੂੰ ਫੱਟੀ ਵੀ ਕਿਹਾ ਜਾਂਦਾ। ਹਾਂਜੀ, ਫੱਟੀ, ਪੱਟੀ ਜਾਂ ਫੱਟੀ ਲੱਕੜ ਦੀ ਬਣੀ ਹੋਈ ਜਿਹਦੇ ਉੱਪਰ ਲਿਖਿਆ ਜਾਂਦਾ ਹੈ ਊੜਾ ਐੜਾ ABCD, ਜੋ ਵੀ ਲਿਖਣਾ ਹੋਵੇ, ਜੋ ਵੀ ਸਿੱਖਣਾ ਹੋਵੇ। ਸੋਹਣੀ ਪੱਟੀ ਪੁੱਛ ਕੇ ਊੜਾ ਐੜਾ ਲਿਖ ਰਹੀ। ਕਵੀ ਕਹਿੰਦਾ ਕਿ ਮੈਂ ਕੱਲ ਮਾਧੁਰੀ ਨੂੰ ਦੇਖਿਆ, ਉਸ ਤਿਆਰ ਹੋ ਕੇ ਸਕੂਲ ਦੇ ਵਿੱਚ ਜਾ ਰਹੀ ਹੈ, ਗੁੱਤਾ ਬੰਨ੍ਹ ਕੇ ਰਿਬਨ ਵਿੱਚ ਸੋਹਣੀ ਪੱਟੀ ਪੁੱਛ ਕੇ ਊੜਾ ਐੜਾ ਲਿਖ ਰਹੀ। ਉਸ ਪੱਟੀ ਨੂੰ ਸੋਹਣੀ ਸਾਫ਼ ਕਰਕੇ, ਪੱਟੀ ਨੂੰ ਪੋਂਛ ਕੇ ਮਤਲਬ ਸਾਫ਼ ਕਰਕੇ ਉਸ ਦੇ ਉੱਪਰ ਊੜਾ ਐੜਾ ਲਿਖ ਰਹੀ ਹੈ, ਭਾਵ ਪੰਜਾਬੀ ਸਿੱਖ ਰਹੀ ਹੈ। ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ। ਕਵੀ ਕਹਿੰਦਾ ਕਿ ਬੇਟੀ ਨੰਦ ਕਿਸ਼ੋਰ ਦੀ ਬੇਟੀ ਹੈ ਜਿਹੜੀ, ਉਹ ਊੜਾ ਐੜਾ ਲਿਖ ਰਹੀ ਹੈ, ਵੀ ਉਹ ਪੰਜਾਬੀ ਪੜ੍ਹ ਰਹੀ ਹੈ। ਬਿਹਾਰ ਦਾ ਇੱਕ ਮਜ਼ਦੂਰ ਹੈ ਜਿਸ ਦੀ ਮਾਂ ਬੋਲੀ ਹੈ ਜਿਹੜੀ ਉਹ ਹੋਰ ਹੈ ਕੋਈ, ਉਸ ਦੀ ਮਾਂ ਬੋਲੀ ਪੰਜਾਬੀ ਨਹੀਂ ਹੈ, ਪਰ ਉਸ ਦੀ ਬੇਟੀ ਹੈ ਜਿਹੜੀ ਉਹ ਪੰਜਾਬੀ ਸਿੱਖ ਰਹੀ ਹੈ। ਅੱਗੇ ਇਸ ਦਾ ਜਵਾਬ ਵੀ ਦੇ ਰਿਹਾ ਕਵੀ ਵੀ ਇਹਦਾ ਕਾਰਨ ਕੀ ਹੈ। ਪਹਿਲਾਂ ਇੱਥੇ ਸਵਾਲ ਕਰਦਾ ਹੈ, ਆ ਦੇਖੋ ਪਿੱਛੇ ਜਿਹੜਾ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਵੀ ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ, ਵੀ ਨੰਦ ਕਿਸ਼ੋਰ ਦੀ ਬੇਟੀ ਊੜਾ ਐੜਾ ਲਿਖ ਰਹੀ ਹੈ। ਕਿੰਨਾ ਗੂੜਾ ਸਾਕ ਹੈ ਅੱਖਰਾਂ ਤੇ ਰਿਜ਼ਕ ਦਾ। ਕਵੀ ਕਹਿੰਦਾ ਕਿੰਨਾ ਗੂੜਾ, ਕਿੰਨਾ ਗਹਿਰਾ ਸਾਕ ਸੰਬੰਧ ਹੈ, ਕਿੰਨਾ ਗਹਿਰਾ ਸੰਬੰਧ ਹੈ ਕਿਹਦਾ ਕਿਹਦਾ, ਅੱਖਰਾਂ ਅਤੇ ਰਿਜ਼ਕ ਦਾ। ਅੱਖਰਾਂ ਤੋਂ ਭਾਵ ਵਿਦਿਆ, ਅੱਖਰਾਂ ਤੋਂ ਭਾਵ ਕੀ ਹੈ, ਵਿਦਿਆ ਦਾ। ਵਿਦਿਆ ਅਤੇ ਰੋਟੀ ਰੋਜੀ ਦਾ ਕਿੰਨਾ ਗੂੜਾ ਸੰਬੰਧ ਹੈ। ਕਵੀ ਕਹਿੰਦਾ ਵਿਦਿਆ ਅਤੇ ਰੋਟੀ ਰੋਜ਼ੀ ਦਾ। ਰੋਟੀ ਰੋਜ਼ੀ ਦੇ ਕਾਰਨ ਹੀ ਵਿਦਿਆ ਜਿਹੜੀ ਉਸ ਲੜਕੀ ਨੂੰ ਪੜ੍ਹਾਈ ਜਾ ਰਹੀ ਹੈ ਉਹ ਪੰਜਾਬੀ ਵਿੱਚ ਪੜ੍ਹ ਰਹੀ ਹੈ। ਉਹ ਰੋਟੀ ਰੋਜ਼ੀ ਦੇ ਕਾਰਨ ਹੀ ਇੱਕ ਮਜ਼ਦੂਰ ਹੈ ਜਿਹੜਾ ਉਹ ਬਿਹਾਰ ਤੋਂ ਪੰਜਾਬ ਦੇ ਵਿੱਚ ਆਇਆ ਤੇ ਉਸ ਦੀ ਬੇਟੀ ਹੈ ਜਿਹੜੀ ਉਹ ਪੰਜਾਬੀ ਸਿੱਖ ਰਹੀ ਹੈ। ਹੁਣ ਦੇਖੋ ਅੱਗੇ ਉਹ ਅੱਗੇ ਕਹਾਣੀ ਨੂੰ ਤੋਰਦੇ ਇਸ ਕਵਿਤਾ ਦੇ ਵਿੱਚ। ਇਸੇ ਪਿੰਡ ਦੇ ਲਾਡਲੇ ਪੋਤੇ ਅਛਰ ਸਿੰਘ ਦੇ, ਉਸੇ ਬਾੜੇਵਾਲ ਪਿੰਡ ਦੇ ਵਿੱਚ ਅਛਰ ਸਿੰਘ ਦੇ ਲਾਡਲੇ ਪੋਤਰੇ ਅਛਰ ਸਿੰਘ ਬਹਿ ਬਾਪੂ ਦੀ ਕਾਰ ਵਿੱਚ ਲੁਧਿਆਣੇ ਆਉਂਦੇ, ਆਪਣੇ ਪਿਓ ਦੀ ਕਾਰ ਵਿੱਚ ਬੈਠ ਕੇ ਲੁਧਿਆਣੇ ਪੜ੍ਹਨ ਜਾਂਦੇ ਆ। ਕੌਨਵੈਂਟ ਵਿੱਚ ਪੜ੍ਹ ਰਹੇ ABCD ਸਿੱਖਦੇ, ਕਨਵੈਂਟ ਸਕੂਲ ਦੇ ਵਿੱਚ ਪੜ੍ਹ ਰਹੇ ਨੇ, ABCD ਸਿੱਖ ਰਹੇ ਨੇ। ਹੁਣ ਦੇਖੋ ਨੰਦ ਕਿਸ਼ੋਰ ਦੀ ਜਿਹੜੀ ਮਾਂ ਬੋਲੀ ਹੈ ਉਹ ਪੰਜਾਬੀ ਨਹੀਂ ਹੈ, ਪਰ ਉਹਦੀ ਜਿਹੜੀ ਲੜਕੀ ਹੈ, ਬੇਟੀ ਹੈ ਮਾਧੁਰੀ, ਉਹ ਪੰਜਾਬੀ ਸਿੱਖ ਰਹੀ ਹੈ। ਦੂਜੇ ਪਾਸੇ ਅਛਰ ਸਿੰਘ ਹੈ ਜਿਹੜਾ, ਜਿਸ ਦੀ ਮਾਂ ਬੋਲੀ, ਜਿਸ ਦੇ ਨਾਮ ਤੋਂ ਪਤਾ ਲੱਗਦਾ ਵੀ ਇਹਦੀ ਮਾਂ ਬੋਲੀ ਹੈ ਜਿਹੜੀ ਇਹ ਪੰਜਾਬੀ ਹੈ, ਤੇ ਉਹਦੇ ਜਿਹੜੇ ਪੋਤਰੇ ਆ ਜਿਹੜੇ ਉਹ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਸਿੱਖ ਰਹੇ ਨੇ, ABCD ਸਿੱਖਦੇ। ਅੱਗੇ ਕੀ ਕਹਿੰਦਾ ਕਵੀ, ABCD ਸਿੱਖਦੇ ਪੋਤੇ ਅਛਰ ਸਿੰਘ ਦੇ। ਬਈ ਅਛਰ ਸਿੰਘ ਦੇ ਪੋਤਰੇ ਹੋ ਕੇ ABCD ਸਿੱਖ ਰਹੇ ਨੇ। ਅੱਗੇ ਇਸੇ ਗੱਲ ਦਾ ਜਵਾਬ ਦਿੰਦਾ ਫਿਰ, ਕਿੰਨਾ ਗੂੜਾ ਸਾਕ ਹੈ ਅੱਖਰ ਤੇ ਆਕਾਂਖਿਆ। ਆਕਾਂਖਿਆ ਤੋਂ ਭਾਵ ਹੁੰਦਾ ਹੈ ਦਿਖਾਵਾ ਕਰਨਾ। ਆਕਾਂਖਿਆ ਤੋਂ ਕੀ ਭਾਵ ਹੁੰਦਾ ਹੈ, ਦਿਖਾਵਾ ਕਰਨਾ, ਲੋਕਾਂ ਨੂੰ ਦੱਸਣਾ ਕਿ ਮੇਰੇ ਬੱਚੇ ਦੇਖੋ ਜੀ ਅੰਗਰੇਜ਼ੀ ਮੀਡੀਅਮ ਸਕੂਲ 'ਚ ਪੜ੍ਹਦੇ ਆ, ਵੱਡੇ ਸਕੂਲ 'ਚ ਪੜ੍ਹਦੇ ਆ ਮੇਰੇ ਬੱਚੇ। ਮਤਲਬ ਕੀ ਹੈ ਕਿ ਕਿੰਨਾ ਗੂੜਾ ਸਾਕ ਹੈ ਵਿਦਿਆ ਅਤੇ ਦਿਖਾਵਾ ਕਰਨ ਦੇ ਵਿੱਚ। ਕਹਿਣ ਦਾ ਭਾਵ ਕੀ ਹੈ ਕਿ ਜਿਹੜਾ ਨੰਦ ਕਿਸ਼ੋਰ ਹੈ ਉਹ ਤਾਂ ਰਿਜ਼ਕ ਦੇ ਕਾਰਨ, ਉਸ ਦੀ ਰਿਜ਼ਕ ਦੇ ਕਾਰਨ, ਰੋਟੀ ਰੋਜੀ ਦੇ ਕਾਰਨ ਹੀ ਉਸ ਦੀ ਜਿਹੜੀ ਬੇਟੀ ਹੈ ਉਹ ਪੰਜਾਬੀ ਸਿੱਖ ਰਹੀ ਹੈ। ਦੂਜੇ ਪਾਸੇ ਅਛਰ ਸਿੰਘ ਦੇ ਜਿਹੜੇ ਪੋਤਰੇ ਹੈ ਉਹ ਦਿਖਾਵੇ ਦੇ ਕਾਰਨ ਅੰਗਰੇਜ਼ੀ ਸਿੱਖ ਰਹੇ ਹੈ, ਦਿਖਾਵਾ ਕਰ ਰਹੇ ਹੈ। ਇਸ ਕਰਕੇ ਇਹ ਜਿਹੜੀ ਕਵਿਤਾ ਇਹਦੇ ਪਿੱਛੇ ਬਹੁਤ ਵੱਡੀ ਕਵੀ ਦੀ ਇੱਕ ਭਾਵਨਾ ਛੁਪੀ ਹੋਈ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਹੈ ਜਿਹੜੀ ਉਸ ਨੂੰ ਨਹੀਂ ਵਿਸਾਰਨਾ ਚਾਹੀਦਾ। ਇਹ ਗੱਲ ਜ਼ਰੂਰੀ ਹੈ ਕਿ ਮਾਂ ਬੋਲੀ ਆਪਾਂ ਆਪਣੀ ਸਭ ਤੋਂ ਪਹਿਲਾਂ ਪੜ੍ਹ ਲਈਏ, ਉਸ ਤੋਂ ਬਾਅਦ ਆਪਾਂ ਕੋਈ ਵੀ ਭਾਸ਼ਾ ਸਿੱਖਦੇ ਹਾਂ, ਕੋਈ ਆਪਾਂ ਨੂੰ ਕੋਈ ਨਹੀਂ ਹੈ। ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਹਾਨੂੰ ਮਿਲ ਜਾਣਗੇ ਅਛਰ ਸਿੰਘ ਵਰਗੇ ਇਸ ਦੁਨੀਆ ਤੇ ਵੀ, ਜਿਨ੍ਹਾਂ ਦੇ ਜਿਹੜੇ ਕੋਈ ਪੋਤਰੇ ਆ ਜਾਂ ਕੋਈ ਪੁੱਤਰ ਹੈ, ਕੋਈ ਵੀ ਹੈ, ਵੀ ਉਹ ਪੰਜਾਬੀ ਬੋਲੀ ਨੂੰ ਛੱਡ ਕੇ ਕੋਈ ਹੋਰ ਭਾਸ਼ਾ ਪੜ੍ਹ ਰਹੇ ਆ, ਪੰਜਾਬੀ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ। ਹੁਣ ਕਨਵੈਂਟ ਸਕੂਲ ਦੇ ਵਿੱਚ ਕੋਈ ਥੋੜ੍ਹਾ ਸਿਖਾਊਗਾ ਪੰਜਾਬੀ, ਉਹ ਤਾਂ ਅਗਲੇ ABCD ਸਿਖਾਉਣਗੇ। ਹੋਰ ਭਾਸ਼ਾ ਬੋਲਣ ਤੇ ਤਾਂ ਪਾਬੰਦੀ ਵੀ ਲੱਗ ਜਾਂਦੀ ਹੈ, ਜੁਰਮਾਨਾ ਵੀ ਲਗਾ ਦਿੰਦੇ ਆ ਸਕੂਲਾਂ ਵਾਲੇ।
ਜੇ ਕੋਈ ਪੰਜਾਬੀ ਬੋਲੂਗਾ ਤਾਂ। ਸੋ ਇਹ ਹੈ ਜਿਹੜੀ ਇਸ ਕਵਿਤਾ ਦੇ ਵਿੱਚ ਬਹੁਤ ਹੀ ਇੱਕ ਭਾਵਪੂਰਨ ਕਵਿਤਾ ਲਿਖੀ ਹੈ ਕਵੀ ਦੀ। ਮੈਂ ਦੁਬਾਰੇ ਫਿਰ ਪੜ੍ਹਦਾ ਇਸ ਕਵਿਤਾ ਨੂੰ। ਜਿਵੇਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਤੁਸੀਂ ਉਵੇਂ ਹੀ ਪੇਪਰ ਦੇ ਵਿੱਚ ਕੋਈ ਵੀ ਪ੍ਰਸ਼ਨ ਆ ਜੇ ਤੁਸੀਂ ਕਰ ਸਕਦੇ ਹੋ, ਇਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ। ਤੁਹਾਨੂੰ ਗੱਲ ਦੀ ਜਦੋਂ ਇਸ ਕਵਿਤਾ ਦੇ ਪਿਛਲੀ ਜਦੋਂ ਕਹਾਣੀ ਤੁਹਾਨੂੰ ਸਮਝ ਆ ਗਈ ਤਾਂ ਫਿਰ ਕੋਈ ਪਰੇਸ਼ਾਨੀ ਨਹੀਂ ਹੈ। ਤੁਸੀਂ ਜਿਵੇਂ ਚਾਹੋ ਇਸ ਨੂੰ ਲਿਖ ਸਕਦੇ ਹੋ, ਆਪਣੇ ਹਿਸਾਬ ਨਾਲ ਇਸ ਦੀ ਸ਼ਬਦਾਵਲੀ ਬਣਾ ਸਕਦੇ ਹੋ, ਕਿਉਂਕਿ ਤੁਹਾਨੂੰ ਇਸ ਦੇ ਅੱਖਰੀ ਅਰਥ ਭਾਵ ਅਰਥ ਜਿਹੜੇ ਪੂਰੇ ਸਮਝ ਆ ਗਏ ਆ। ਹੁਣ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ, ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠਾ ਸਿਆਲ ਦਾ, ਨਾਲ ਬਥੇਰੇ ਹੋਰ। ਰਾਮ ਕਲੀ ਵੀ ਨਾਲ ਸੀ, ਸੁਗੜ ਲਗਾਈ ਉਸ ਦੀ, ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾੜੇਵਾਲ ਵਿੱਚ ਜੜ ਲੱਗੀ ਤੇ ਪੁੰਗਰੀ। ਰਾਮ ਕਲੀ ਦੀ ਕੁੱਖ ਚੋਂ ਜਨਮੀ ਬੇਟੀ ਉਸ ਦੀ, ਨਾਂ ਰੱਖਿਆ ਸੀ ਮਾਧੁਰੀ। ਕੱਲ ਮੈਂ ਦੇਖੀ ਮਾਧੁਰੀ ਉਸੇ ਪਿੰਡ ਸਕੂਲ ਵਿੱਚ, ਗੁੱਤਾ ਬਨ ਕੇ ਰਿਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ। ਊੜਾ ਐੜਾ ਲਿਖ ਰਹੀ ਬੇਟੀ ਨੰਦ ਕਿਸ਼ੋਰ ਦੀ, ਕਿੰਨਾ ਗੂੜਾ ਸਾਕ ਹੈ ਅੱਖਰਾਂ ਤੇ ਰਿਜ਼ਕ ਦਾ। ਇਸੇ ਪਿੰਡ ਦੇ ਲਾਡਲੇ ਪੋਤੇ ਅਛਰ ਸਿੰਘ ਦੇ ਬਹਿ ਬਾਪੂ ਦੀ ਕਾਰ ਵਿੱਚ, ਲੁਧਿਆਣੇ ਆਂਦੇ ਕੌਨਵੈਂਟ ਵਿੱਚ ਪੜ੍ਹ ਰਹੇ ABCD ਸਿੱਖਦੇ। ABCD ਸਿੱਖਦੇ ਪੋਤੇ ਅਛਰ ਸਿੰਘ ਦੇ, ਕਿੰਨਾ ਗੂੜਾ ਸਾਕ ਹੈ ਅੱਖਰ ਤੇ ਆਕਾਂਖਿਆਂ। ਸੋ ਪਿਆਰੇ ਵਿਦਿਆਰਥੀਓ, ਕਵੀ ਸੁਰਜੀਤ ਪਾਤਰ ਜੀ ਦੀਆਂ ਦੋ ਕਵਿਤਾਵਾਂ ਜਿਹੜੀਆਂ ਸੀਗੀਆਂ, ਦੋ ਆਪਣੇ ਜਿਹੜੀਆਂ ਦੇ ਰੱਖੀਆਂ ਸੀ ਪਾਠ ਪੁਸਤਕ ਦੇ ਵਿੱਚ, ਉਹ ਸਮਾਪਤ ਹੋ ਚੁੱਕੀਆਂ ਜੀ। ਅਗਲਾ ਪਾਠ ਲੈ ਕੇ ਜਲਦੀ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ।